ਹੈਲੋ एवरीवन, ਤੁਸੀਂ ਦੇਖ ਰਹੇ ਹੋ ਪੀਐਸਸੀਬੀ ਇੰਗਲਿਸ਼ ਤੇ ਮੈਂ ਹਾਂ ਤੁਹਾਡੇ ਨਾਲ ਸਵੈਮ ਅਹੂਜਾ। ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੀ ਨਵੀਂ ਸਿੱਖਿਆ ਨੀਤੀ ਬਣੀ ਹੈ ਉਸ ਉੱਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਕਹਿੰਦੇ ਨੇ ਜਦੋਂ ਕਿਸੇ ਦੇਸ਼ ਵਿੱਚ ਕੋਈ ਵੱਡਾ ਬਦਲਾਅ ਕਰਨਾ ਹੋਏ ਤਾਂ ਸਭ ਤੋਂ ਪਹਿਲੇ ਉਸ ਦੀ ਜਿਹੜੀ ਸਿੱਖਿਆ ਨੀਤੀ ਹੈ ਉਸ ਨੂੰ ਬਦਲਣਾ ਪੈਂਦਾ ਹੈ। 34 ਸਾਲਾਂ ਬਾਅਦ ਅੱਜ ਭਾਰਤ ਦੀ ਸਿੱਖਿਆ ਨੀਤੀ ਦੇ ਵਿੱਚ ਬਦਲਾਅ ਆਏ ਨੇ ਤੇ ਆ ਬਦਲਾਅ बहुत ही ਜ਼ਰੂਰੀ ਬਦਲਾਅ ਨੇ ਜੋ ਕਿ ਕਾਫੀ ਸਾਲ ਪਹਿਲੇ ਹੀ ਆ ਜਾਣੇ ਚਾਹੀਦੇ ਸਨ, ਪਰ ਦੇਰ ਆਏ ਦਰੁਸਤ ਆਏ। ਅਸੀਂ ਇਸ ਦਾ ਸਵਾਗਤ ਕਰਦੇ ਹਾਂ ਤੇ ਹੁਣ ਅਸੀਂ ਸਮਝਦੇ ਹਾਂ ਕਿ ਜਿਹੜੀ ਨਵੀਂ ਨੀਤੀ ਹੈ, ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਕੀ ਹੈ। ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ। ਭਾਰਤ ਸਰਕਾਰ ਦੇ ਮਾਨਵ ਸੰਸਾਧਨ ਮੰਤਰਾਲੇ ਨੇ ਇਸ ਦੀ ਅੱਜ ਘੋਸ਼ਣਾ ਕੀਤੀ ਹੈ। ਹੁਣ ਅਸੀਂ ਫਿਰ ਤੁਹਾਨੂੰ ਦੱਸਾਂਗੇ ਕਿ ਇਸ ਦੇ ਨਾਲ ਨਵੀਂ ਸਿੱਖਿਆ ਨੀਤੀ ਦੇ ਨਾਲ ਸਟੂਡੈਂਟਸ ਦੇ ਵਿੱਚ, ਸਟੂਡੈਂਟਸ ਦੇ ਪੇਰੈਂਟਸ ਦੇ ਵਿੱਚ ਤੇ ਸਟੂਡੈਂਟਸ ਦੇ ਟੀਚਰਸ ਦੇ ਵਿੱਚ ਕੀ ਬਦਲਾਅ ਆਉਣ ਜਾ ਰਹੇ ਨੇ। ਅਗਰ ਤੁਸੀਂ ਕੋਈ ਸਟੂਡੈਂਟ ਹੋ ਜਾਂ ਕਿਸੇ ਸਟੂਡੈਂਟ ਦੇ ਪੇਰੈਂਟ ਹੋ ਤੇ ਤੁਹਾਨੂੰ ਆ ਜਾਣਕਾਰੀਆਂ ਬਹੁਤ ਹੀ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਹਨ। ਅਗਰ ਜ਼ਰੂਰਤ ਹੋਏ ਤਾਂ ਨੋਟ ਵੀ ਕਰ ਸਕਦੇ ਹੋ। ਤੇ ਹੁਣ ਤੁਹਾਨੂੰ ਵੱਡੇ ਜਿਹੜੇ ਬਦਲਾਅ ਨੇ ਉਹ ਦੱਸਦੇ ਹਾਂ। ਹਜੇ ਤੱਕ ਜਿਹੜੀ ਇੰਡੀਆ ਦੀ ਜਿਹੜੀ ਐਜੂਕੇਸ਼ਨ ਸਿਸਟਮ ਸੀਗਾ ਉਹ 10+2 ਤੱਕ ਜਿਹੜਾ ਸੀਗਾ ਉਹ ਚੱਲਦਾ ਸੀਗਾ, ਪਰ ਹੁਣ ਇਸ ਨੂੰ 5+3+3+4 ਦੇ ਵਿੱਚ ਵੰਡ ਦਿੱਤਾ ਗਿਆ ਹੈ। ਇਸ ਦੇ ਤਹਿਤ ਸਕੂਲ ਦੀ ਪਹਿਲੇ ਜਿਹੜੇ ਵਰਸ਼ਾਂ ਦੀ ਜਿਹੜੀ ਪੜ੍ਹਾਈ ਹੋਏਗੀ, ਯਾਨੀ ਪਹਿਲੇ 5 ਵਰਸ਼ਾਂ ਦੀ ਜਿਹੜੀ ਪੜ੍ਹਾਈ ਹੋਏਗੀ ਉਸ ਨੂੰ ਫਾਊਂਡੇਸ਼ਨ ਸਟੇਜ ਮੰਨਿਆ ਜਾਵੇਗਾ। ਇਸ ਦੌਰਾਨ ਸਟੂਡੈਂਟਸ ਦੇ ਲਈ ਮਜ਼ਬੂਤ ਨੀਂਹ ਜਿਹੜੀ ਹੈ ਉਹ ਤਿਆਰ ਕੀਤੀ ਜਾਵੇਗੀ ਫਾਊਂਡੇਸ਼ਨ ਸਟੇਜ ਦੇ ਵਿੱਚ। ਇਸ ਦਾ ਜਿਹੜਾ ਕਿਊਰੀਕੁਲਮ ਹੈ ਉਹ NCERT ਦੁਆਰਾ ਜਿਹੜਾ ਉਹ ਤੈਅ ਕੀਤਾ ਜਾਵੇਗਾ। ਇਸ 5 ਸਾਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਦੇ 3 ਸਾਲ ਤੇ ਪਹਿਲੀ ਕਲਾਸ ਤੇ ਦੂਸਰੀ ਕਲਾਸ ਦਾ ਇੱਕ ਜਿਹੜਾ ਸਾਲ ਹੈ ਉਹ ਸ਼ਾਮਿਲ ਹੋਵੇਗਾ। ਇਸ 5 ਸਾਲਾਂ ਦੇ ਵਿੱਚ ਬੱਚਿਆਂ ਨੂੰ ਖੇਡ ਕੂਦ ਤੇ ਹੋਰ ਵੱਖਰੀ ਗਤੀਵਿਧੀਆਂ ਦੇ ਨਾਲ ਪੜ੍ਹਾਈ ਕਰਵਾਈ ਜਾਵੇਗੀ। ਇਹਨਾਂ ਕਲਾਸਿਸ ਦੇ ਸਟੂਡੈਂਟਸ ਲਈ ਜਿਹੜਾ ਕਿਤਾਬਾਂ ਦਾ ਬੋਝ ਹੈ ਜਿੰਨਾ ਉਹ ਪਹਿਲੇ ਹੁੰਦਾ ਸੀਗਾ ਉਹਨਾਂ ਨਹੀਂ ਰਹੇਗਾ, ਘੱਟ ਜਾਵੇਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਛੋਟੇ ਬੱਚੇ ਹੁਣ ਸਕੂਲ ਜਾਣਗੇ ਜਾਂ ਆਪਣੀ ਸਕੂਲਿੰਗ ਦੀ ਜਾਂ ਪੜ੍ਹਾਈ ਦੀ ਸ਼ੁਰੂਆਤ ਕਰਨਗੇ ਉਹ ਬਹੁਤ ਹੀ ਜ਼ਿਆਦਾ ਕਿਸਮਤ ਵਾਲੇ ਹੋਣਗੇ। ਹੁਣ ਇਸ ਤੋਂ ਅੱਗੇ 5 ਸਾਲ ਤੋਂ ਬਾਅਦ 3 ਸਾਲ ਇਸ ਦੇ ਵਿੱਚ ਹੋਏਗੀ ਕਲਾਸ 3, ਕਲਾਸ 4 ਅਤੇ ਕਲਾਸ 5। ਇਸ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਹੋਏਗੀ ਅਤੇ ਉਸ ਦੇ ਨਾਲ ਕੀ ਹੋਏਗਾ, ਬੱਚਿਆਂ ਦਾ ਅੱਗੇ ਦਾ ਜਿਹੜਾ ਫਿਊਚਰ ਹੈ, ਅੱਗੇ ਦਾ ਜਿਹੜਾ ਉਹਨਾਂ ਦਾ ਭਵਿੱਖ ਉਹ ਤਿਆਰ ਕੀਤਾ ਜਾਵੇਗਾ। ਇਸ ਦੇ ਤਹਿਤ ਬੱਚਿਆਂ ਨੂੰ ਸਾਇੰਸਿਸ, ਫਿਰ ਮੈਥਮੈਟਿਕਸ, ਕਲਚਰਲ ਪ੍ਰੋਗਰਾਮਸ ਵਗੈਰਾ, ਫਿਰ ਸਮਾਜਿਕ ਵਿਗਿਆਨ, ਹਿਊਮੈਨਿਟੀਜ਼ ਵਗੈਰਾ ਜਿਹੜੇ ਸਬਜੈਕਟਸ ਨੇ ਉਹ ਪੜ੍ਹਾਏ ਜਾਣਗੇ। ਇਸ ਤੋਂ ਅਗਲੇ ਦੇ ਜਿਹੜੇ ਸਾਲ ਹੋਣਗੇ ਉਹ ਕਲਾਸ 6, ਕਲਾਸ 7 ਅਤੇ ਕਲਾਸ 8 ਹੋਣਗੇ ਅਤੇ ਉਹਨੂੰ ਮਿਡਲ ਸਟੇਜ ਮੰਨਿਆ ਜਾਵੇਗਾ। ਇਸ ਦੇ ਵਿੱਚ ਜਿਹੜਾ ਉਹਨਾਂ ਦਾ ਨਿਸ਼ਚਿਤ ਕੀਤਾ ਗਿਆ ਜਿਹੜਾ ਪਾਠ్యਕ੍ਰਮ ਹੋਏਗਾ ਉਸ ਦੇ ਤਹਿਤ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਇਸ ਤੋਂ ਬਾਅਦ ਲਾਸਟ ਸਟੇਜ ਹੋਏਗੀ ਜਿਹੜੀ ਕਿ ਕਲਾਸ 9 ਤੋਂ ਲੈ ਕੇ ਕਲਾਸ 12 ਹੋਏਗੀ। 9, 10, 11 ਅਤੇ 12 ਕਲਾਸ ਹੋਏਗੀ, ਉਹ ਲਾਸਟ ਸਟੇਜ ਹੋਏਗੀ। ਅਤੇ ਇਸ ਦੇ ਨਾਲ ਕੀ ਹੋਏਗਾ, ਬੋਰਡ ਦਾ ਜਿਹੜਾ ਪ੍ਰੈਸ਼ਰ ਹੈ, ਬੋਰਡ ਦੇ ਐਗਜ਼ਾਮ ਤੋਂ ਜਿਹੜਾ ਪ੍ਰੈਸ਼ਰ ਹੈ ਉਹ ਬੱਚਿਆਂ ਦੇ ਦਿਮਾਗ ਤੋਂ ਘਟਾ ਦਿੱਤਾ ਜਾਵੇਗਾ। ਇਹ ਹੁਣ ਜਿਹੜੇ 4 ਸਾਲ ਨੇ ਇਹਨਾਂ ਵਿੱਚ ਕੀ ਹੋਏਗਾ ਕਿ ਕਿਸੇ ਵੀ ਸਬਜੈਕਟ ਨੂੰ ਰਿਲੇਟਡ, ਕਿਸੇ ਵੀ ਸਬਜੈਕਟ ਨੂੰ ਸਟੂਡੈਂਟਸ ਦੇ ਵਿੱਚ ਗਹਿਰੀ ਸਮਝ ਜਿਹੜੀ ਹੈ ਉਹ ਉਹਨਾਂ ਦੇ ਦਿਮਾਗ ਵਿੱਚ ਪਾਈ ਜਾਵੇਗੀ। ਉਹਨਾਂ ਦੀ ਜਿਹੜੀ ਸਮਝਣ ਦੀ ਜਿਹੜੀ ਸ਼ਕਤੀ ਹੈ ਉਹਨੂੰ ਵਧਾਇਆ ਜਾਵੇਗਾ ਅਤੇ ਆਪਣੇ ਫਿਊਚਰ ਨੂੰ ਬਰਾਈਟ ਬਣਾਉਣ ਦੇ ਲਈ ਇੱਥੇ ਜਿਹੜੀ ਲਾਸਟ ਸਟੇਜ ਹੈ ਉਹ ਕੰਮ ਕਰੇਗੀ। ਨਾਲ ਹੀ ਨਾਲ ਜੀਵਨ ਦੇ ਵਿੱਚ ਵੱਡੇ ਲਕਸ਼ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੂੰ ਜਿਹੜਾ ਬੜਾਵਾ ਉਹ ਦਿੱਤਾ ਜਾਵੇਗਾ। ਪਰ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ, ਸਭ ਤੋਂ ਇੰਪੋਰਟੈਂਟ ਗੱਲ ਆ ਕਿ ਸਕੂਲਸ ਦੇ ਵਿੱਚ ਪਹਿਲੇ ਵਾਂਗੂ ਸਟਰੀਮ ਸਿਸਟਮ ਨਹੀਂ ਰਹੇਗਾ। ਜਿਵੇਂ ਆਪਾਂ ਵੇਖਦੇ ਰਹੇ ਹਾਂ ਕਿ +1 ਸ਼ੁਰੂ ਹੁੰਦੇ ਹੀ ਸਟੂਡੈਂਟਸ ਵਿੱਚ ਕੀ ਹੁੰਦਾ ਸੀਗਾ ਕਿ ਕਾਮਰਸ ਚੂਜ਼ ਕਰਨੀ ਹੈ, ਸਾਇੰਸ ਚੂਜ਼ ਕਰਨੀ ਹੈ ਜਾਂ ਹਿਊਮੈਨਿਟੀਜ਼ ਚੂਜ਼ ਕਰਨੀ ਹੈ। 3 ਸਟਰੀਮਸ ਦੇ ਵਿੱਚੋਂ ਸਟੂਡੈਂਟਸ ਨੂੰ ਕੋਈ ਇੱਕ ਸਟਰੀਮ ਜਿਹੜੀ ਉਹ ਚੂਜ਼ ਕਰਨੀ ਹੁੰਦੀ ਸੀ। ਜਿਵੇਂ ਕਿ ਸਾਇੰਸਿਸ ਦੇ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਆ ਜਾਂਦੀ ਸੀ, ਫਿਰ ਕਾਮਰਸ ਅਤੇ ਕੋਈ ਹਿਊਮੈਨਿਟੀਜ਼, ਇਹਨਾਂ ਵਿੱਚੋਂ ਕੋਈ ਇੱਕ ਚੂਜ਼ ਕਰਨੀ ਹੁੰਦੀ ਸੀ। ਹੁਣ ਉਹ ਸਟਰੀਮ ਸਿਸਟਮ ਜਿਹੜਾ ਹੈ ਉਹ ਇੱਥੇ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। ਇਸ ਦਾ ਮਤਲਬ ਕਿ ਕੋਈ ਆਰਟਸ ਦਾ ਸਟੂਡੈਂਟ ਅਗਰ ਹੁਣ ਫਿਜ਼ਿਕਸ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ। ਅਗਰ ਅਕਾਊਂਟਸ ਦਾ ਕੋਈ ਸਟੂਡੈਂਟ, ਕਾਮਰਸ ਦਾ ਕੋਈ ਸਟੂਡੈਂਟ ਹਿਸਟਰੀ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਉਹ ਵੀ ਕਰ ਸਕੇਗਾ। ਇਸ ਦੇ ਲਈ ਕੀ ਹੋਏਗਾ,
ਅਲੱਗ-ਅਲੱਗ ਸਬਜੈਕਟਸ ਨੂੰ ਲੈ ਕੇ ਇੱਕ ਪੂਲ ਜਿਹੜਾ ਉਹ ਤਿਆਰ ਕੀਤਾ ਜਾਵੇਗਾ ਤੇ ਉਹ ਪੂਲਸ ਜਿਹੜਾ ਹੈ ਉਹ ਵੱਖਰੇ ਸਬਜੈਕਟਸ ਨੂੰ ਕੈਰੀ ਕਰੇਗਾ ਤੇ ਉਹ ਸਬਜੈਕਟਸ ਜਿਹੜੇ ਨੇ ਉਹ ਚੂਜ਼ ਕਰਨੇ ਹੋਣਗੇ ਸਟੂਡੈਂਟ ਨੂੰ ਆਪਣੇ ਲਈ। ਉਹ ਪੂਲ ਦੇ ਵਿੱਚੋਂ ਸਬਜੈਕਟਸ ਜਿਹੜੇ ਨੇ ਉਹ ਕੋਈ ਸਟੂਡੈਂਟ ਉਹ ਉਹਦੇ ਲਈ ਚੂਜ਼ ਕਰੇਗਾ ਆਪਣੇ ਸਬਜੈਕਟਸ ਪੂਲ ਵਿੱਚੋਂ। ਯਾਨੀ ਕਿ ਅਗਰ ਕੋਈ ਸਾਇੰਸ ਦਾ ਸਟੂਡੈਂਟ ਅਗਰ ਕੋਈ ਹਿਸਟਰੀ ਪੜ੍ਹਨਾ ਚਾਹੁੰਦਾ ਹੈ, ਅਗਰ ਉਸ ਦੇ ਪੂਲ ਦੇ ਵਿੱਚ ਹਿਸਟਰੀ ਹੈਗੀ ਤਾਂ ਹੀ ਉਹ ਹਿਸਟਰੀ ਜਿਹੜੀ ਉਹ ਪੜ੍ਹਾਈ ਉਹ ਕਰ ਸਕਦਾ ਹੈ। ਹਾਲਾਂਕਿ ਇਸ ਦੇ ਉੱਤੇ ਜਿਹੜਾ ਪੂਰਾ ਸਪਸ਼ਟੀਕਰਨ ਆਉਣਾ ਹੈ ਗਵਰਨਮੈਂਟ ਵੱਲੋਂ ਉਹ ਹਜੇ ਬਾਕੀ ਹੈ। ਦੂਸਰੀ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਆ ਹੈ ਕਿ ਜਿਹੜੀ 5th ਕਲਾਸ ਤੱਕ ਦੀ ਜਿਹੜੀ ਸਟੱਡੀ ਹੈ, 5th ਕਲਾਸ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਮਾਤਰ ਭਾਸ਼ਾ ਦੇ ਵਿੱਚ ਹੋ ਸਕਦੀ ਹੈ। ਮਤਲਬ ਕਿ ਹੁਣ ਸਕੂਲ ਜਿਹੜੇ ਪਹਿਲੇ ਮਨਮਾਨੀ ਕਰਦੇ ਸੀਗੇ ਨਾ, ਬੋਰਡ ਦੇ ਉੱਤੇ ਲਗਾ ਕੇ ਰੱਖ ਲੈਂਦੇ ਸੀ ਇੰਗਲਿਸ਼ ਮੀਡੀਅਮ ਸਕੂਲ ਬਈ, ਹੁਣ ਉਹ ਚੀਜ਼ ਨਹੀਂ ਹੋਏਗੀ। ਕਲਾਸ 5th ਤੱਕ ਤੁਸੀਂ ਚਾਹੇ ਉਹਨਾਂ ਨੂੰ ਪੰਜਾਬੀ ਵਿੱਚ ਪੜ੍ਹਾਓ, ਚਾਹੇ ਉਹਨਾਂ ਨੂੰ ਹਿੰਦੀ 'ਚ ਪੜ੍ਹਾਓ, ਚਾਹੇ ਉਹਨਾਂ ਨੂੰ ਮਰਾਠੀ 'ਚ ਪੜ੍ਹਾਓ, ਚਾਹੇ ਉਹਨਾਂ ਨੂੰ ਬੰਗਲਾ ਵਿੱਚ ਪੜ੍ਹਾਓ, ਤੁਸੀਂ ਉਹਨਾਂ ਨੂੰ ਕਿਸੇ ਵੀ ਰੀਜਨਲ ਲੈਂਗੁਏਜ ਵਿੱਚ ਪੜ੍ਹਾ ਸਕਦੇ ਹੋ। ਯਾਨੀ ਕਿ ਜਿਹੜੇ ਸਕੂਲਸ ਵਗੈਰਾ ਨੇ ਚਲਾਇਆ ਹੁੰਦਾ ਸੀ ਨਾ, ਹਾਂਜੀ ਬਈ ਇੰਗਲਿਸ਼ ਵਿੱਚ ਹੀ ਪੜ੍ਹਾਈ ਹੋਏਗੀ, ਸਾਇੰਸ ਪੜ੍ਹਨੀ ਤੁਸੀਂ ਇੰਗਲਿਸ਼ ਵਿੱਚ ਪੜ੍ਹੋ, ਬੱਚੇ ਰੱਟੇ ਲਾ ਕੇ ਵਿਚਾਰੇ ਉਹਨਾਂ ਦੀ ਹਾਲਤ ਬੁਰੀ ਹੋ ਜਾਂਦੀ ਸੀ, ਪਰ ਇੰਗਲਿਸ਼ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ, ਰੱਟੇ ਲਗਾਏ ਜਾਂਦੇ ਸੀਗੇ। ਪਰ ਹੁਣ ਉਹ ਗੱਲ ਨਹੀਂ ਹੋਏਗੀ, ਬੱਚਿਆਂ ਨੂੰ ਰੱਟਾਂ ਦਾ ਜਿਹੜਾ ਕੰਮ ਹੈ ਉਹ ਇੱਥੇ ਖਤਮ ਹੋਣ ਦਾ ਨਜ਼ਰ ਆ ਰਿਹਾ ਹੈ। ਰੱਟਣ ਦਾ ਜਿਹੜਾ ਕੰਮ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਹੁਣ ਆਪਣੀ ਮਾਤਰ ਭਾਸ਼ਾ ਦੇ ਵਿੱਚ ਤੁਸੀਂ ਪੰਜਾਬੀ ਨਾਲ ਵੀ ਸਾਇੰਸ ਪੜ੍ਹ ਸਕਦੇ ਹੋ। ਇੰਗਲਿਸ਼ ਜਿਹੜਾ ਹੈ ਉਹ ਇੱਕ ਸਬਜੈਕਟ ਦੇ ਰੂਪ ਵਿੱਚ ਵੀ ਤੁਹਾਨੂੰ ਪੜ੍ਹਾਇਆ ਜਾਏਗਾ, ਜਿਵੇਂ ਇੰਗਲਿਸ਼ ਲਿਟਰੇਚਰ ਸਬਜੈਕਟ ਹੁੰਦਾ ਨਾ, ਉੱਦਾਂ ਹੀ ਤੁਹਾਨੂੰ ਜਿਹੜਾ ਇੰਗਲਿਸ਼ ਉਹ 5th ਕਲਾਸ ਤੱਕ ਪੜ੍ਹਾਇਆ ਜਾਏਗਾ। ਬਾਕੀ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਬਾਕੀ ਸਬਜੈਕਟਸ SST ਸਾਇੰਸਿਸ ਵਗੈਰਾ ਜਿਹੜੀ ਉਹ ਪੜ੍ਹ ਸਕਦੇ ਹੋ। ਯਾਨੀ ਕਿ ਸਕੂਲਸ ਦਾ ਹੁਣ ਜਿਹੜਾ ਜ਼ਬਰਦਸਤੀ ਅੰਗਰੇਜ਼ੀਕਰਨ ਸੀਗਾ ਉਹ ਹੁਣ ਖਤਮ ਹੋ ਜਾਏਗਾ। ਆਫਟਰ 5th ਮਤਲਬ ਕਿ 6th ਵਿੱਚ ਜਾਂਦੇ ਹੀ ਸਟੂਡੈਂਟਸ ਨੂੰ ਕੋਡਿੰਗ ਜਿਹੜੀ ਹੈ ਉਹ ਸਿੱਖਣ ਨੂੰ ਮਿਲੇਗੀ। ਯਾਨੀ ਕਿ ਹੁਣ ਇੰਡੀਆ ਦੇ ਜਿਹੜੇ ਸਟੂਡੈਂਟਸ ਨੇ ਉਹ ਚਾਈਨਾ ਤੇ ਅਮਰੀਕਾ ਵਰਗੀ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਵਾਂਗੂ ਹੀ ਛੋਟੀ ਉਮਰ ਵਿੱਚ ਹੀ ਛੋਟੀ ਕਲਾਸਿਸ ਦੇ ਵਿੱਚ ਹੀ ਕੰਪਿਊਟਰ ਕੋਡਿੰਗ ਸਿੱਖ ਸਕਦੇ ਨੇ। ਹੁਣ ਕੰਪਿਊਟਰ ਕੋਡਿੰਗ ਕੀ ਹੁੰਦੀ? ਕੰਪਿਊਟਰ ਕੋਡਿੰਗ ਹੁੰਦਾ ਹੈ ਕਿ ਮੋਬਾਈਲਸ ਦੇ ਵਿੱਚ ਐਪਸ ਵਗੈਰਾ ਹੁੰਦੀ ਹੈ ਨਾ, YouTube ਵੇਖਦੇ ਹੋ ਤੁਸੀਂ, WhatsApp ਵੇਖਦੇ ਹੋ, ਇਹਨਾਂ ਨੂੰ ਜਿਹੜੇ ਡਿਜ਼ਾਈਨ ਕਰਨ ਦੀ ਜਿਹੜੀ ਕਲਾ ਹੈ ਉਸ ਨੂੰ ਕੰਪਿਊਟਰ ਕੋਡਿੰਗ ਕਹਿੰਦੇ ਆ। ਜਿਵੇਂ ਵੈਬਸਾਈਟ ਵਗੈਰਾ ਨੇ, ਆ ਵੀ ਬੱਚੇ ਛੋਟੀ ਹੀ ਉਮਰ ਵਿੱਚ ਸਿੱਖ ਸਕਦੇ ਨੇ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਹੁਣ ਕਰਦੇ ਨੇ ਐਪਸ ਵਗੈਰਾ ਡਿਜ਼ਾਈਨ ਜਾਂ ਵੈਬਸਾਈਟ ਡਿਜ਼ਾਈਨ, ਉਹਨਾਂ ਨੇ ਕਾਲਜਿਸ ਵਿੱਚ ਜਾ ਕੇ ਤੇ ਕੋਰਸਿਸ ਕੀਤੇ ਹੁੰਦੇ ਨੇ, ਤੇ ਹੁਣ ਬੱਚੇ ਛੋਟੀ ਉਮਰ ਦੇ ਵਿੱਚ ਹੀ ਛੋਟੀ ਕਲਾਸਿਸ ਦੇ ਵਿੱਚ ਹੀ ਕੰਪਿਊਟਰ ਕੋਡਿੰਗ ਸਿੱਖ ਸਕਦੇ ਨੇ। ਨਾਲ ਹੀ ਨਾਲ ਕਲਾਸ 6 ਤੋਂ ਹੀ ਸਟੂਡੈਂਟਸ ਨੂੰ ਇੰਟਰਨਸ਼ਿਪ ਦਾ ਵੀ ਮੌਕਾ ਮਿਲੇਗਾ। ਯਾਨੀ ਕਿ ਅਗਰ ਸਟੂਡੈਂਟ ਨੂੰ ਕਿਸੇ ਵਿਸ਼ੇ ਵਿੱਚ ਰੁਚੀ ਹੈ, ਉਸ ਦੀ ਉਹ ਪ੍ਰੈਕਟੀਕਲ ਟ੍ਰੇਨਿੰਗ ਲੈਣਾ ਚਾਹੁੰਦਾ ਤੇ ਉਸ ਦੇ ਲਈ ਉਹ ਲੈ ਸਕਦਾ। ਜਿਵੇਂ ਕਿ ਹੁਣ ਵੇਖ ਸਕੀਏ ਆਪਾਂ, ਕਿਸੇ ਨੂੰ ਪੇਂਟਿੰਗ ਵਿੱਚ ਸ਼ੌਂਕ ਹੈ ਜਾਂ ਕਿਸੇ ਨੂੰ ਡਾਂਸਿੰਗ ਵਿੱਚ ਸ਼ੌਂਕ ਹੈ, ਤੇ ਪੇਂਟਿੰਗ ਵਾਲਾ ਪੇਂਟਰ ਕੋ ਜਾ ਕੇ ਤੇ ਪ੍ਰੈਕਟੀਕਲ ਟ੍ਰੇਨਿੰਗ ਲੈ ਸਕਦਾ ਹੈ। ਤੇ ਅਗਰ ਕੋਈ ਸੌਫਟਵੇਅਰ ਵਿੱਚ ਰੁਚੀ ਰੱਖਦਾ ਤੇ ਉਹ ਕਿਸੇ ਸੌਫਟਵੇਅਰ ਇੰਜੀਨੀਅਰ ਕੋ ਜਾਂ ਕਿਸੇ IT ਕੰਪਨੀ ਵਿੱਚ ਜਾ ਕੇ ਇੰਟਰਨਸ਼ਿਪ ਲੈ ਸਕਦਾ, ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ ਉਹ ਲੈ ਸਕਦਾ ਹੈ ਕਲਾਸ 6 ਤੋਂ। ਤੇ ਵੱਡੀ ਗੱਲ ਆ ਕਿ ਆ ਸਭ ਕੁਝ ਸਕੂਲ ਦੇ ਦੌਰਾਨ ਹੀ ਹੋਵੇਗਾ। 9ਵੀਂ ਤੋਂ 12ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਸਮੈਸਟਰ ਦੇ ਬੇਸ ਤੇ ਹੋਏਗੀ। ਹਰ 6 ਮਹੀਨੇ ਬਾਅਦ ਤੁਹਾਡੇ ਐਗਜ਼ਾਮਸ ਹੋਣਗੇ। ਹਰ ਸਾਲ ਵਿੱਚ 2 ਸਮੈਸਟਰ ਹੋਣਗੇ ਤੇ 6 ਮਹੀਨੇ ਬਾਅਦ ਤੁਹਾਡੀ ਜਿਹੜੀ ਇਹ ਐਗਜ਼ਾਮ ਉਹ ਹੋਵੇਗਾ। ਤੇ ਦੋਨੋਂ ਸਮੈਸਟਰਸ ਦੇ ਮਾਰਕਸ ਨੂੰ ਜੋੜ ਕੇ ਤੁਹਾਡੀ ਜਿਹੜੀ ਫਾਈਨਲ ਰਿਪੋਰਟ ਕਾਰਡ ਉਹ ਤਿਆਰ ਕੀਤਾ ਜਾਵੇਗਾ। ਹੁਣ ਉਹ ਵਾਲਾ ਜਿਹੜਾ ਜ਼ਮਾਨਾ ਹੁੰਦਾ ਸੀ ਨਾ ਕਿ ਮਾਰਚ ਵਿੱਚ ਪੇਪਰ ਨੇ, ਦਸੰਬਰ ਤੋਂ ਪੜ੍ਹਾਈ ਸ਼ੁਰੂ ਕਰ ਦਿਓ, ਉਹ ਵਾਲਾ ਹੁਣ ਜ਼ਮਾਨਾ ਚੱਲ ਗਿਆ। ਹੁਣ ਇੱਥੇ ਸਟੂਡੈਂਟ ਨੂੰ ਪੂਰੇ ਸਾਲ ਪੜ੍ਹਾਈ ਕਰਨੀ ਪਵੇਗੀ। ਇਸ ਤੋਂ ਇਲਾਵਾ ਜਿਹੜੀ ਬੋਰਡ ਦੇ ਜਿਹੜੇ ਐਗਜ਼ਾਮਸ ਨੇ ਉਹਨਾਂ ਨੂੰ ਆਸਾਨ ਬਣਾਇਆ ਜਾਵੇਗਾ ਤੇ ਜਿਹੜੀ ਸਟੂਡੈਂਟਸ ਦੀ ਜਿਹੜੀ ਸ਼ਮਤਾ ਹੈ ਉਸ ਨੂੰ ਵੀ ਵੇਖਿਆ ਜਾਵੇਗਾ। ਰਟਨ ਦੀ ਸ਼ਮਤਾ ਨਹੀਂ, ਸਮਝਣ ਦੀ ਜਿਹੜੀ ਸ਼ਮਤਾ ਉਸ ਦੇ ਉੱਤੇ ਗੌਰ ਕੀਤਾ ਜਾਵੇਗਾ। ਟਿਊਸ਼ਨ ਸੈਂਟਰ ਜਾਂ ਕੋਚਿੰਗ ਸੈਂਟਰ ਦੁਆਰਾ ਜਿਹੜੀ ਰੱਟਾ ਲਵਾਉਣ ਵਾਲੀ ਜਿਹੜੀ ਹੁੰਦੀ ਸੀਗੀ ਨਾ, ਉਹ ਖਤਮ ਕਰ ਦਿੱਤੀ ਗਈ ਹੈ। ਹੁਣ ਉਹ ਕੰਮ ਨਹੀਂ ਹੋਏਗਾ, ਸਾਰਾ ਕੁਝ ਪ੍ਰੈਕਟੀਕਲ ਨੌਲੇਜ ਦੇ ਬੇਸ ਦੇ ਉੱਪਰ ਹੀ ਹੋਵੇਗਾ। ਇੰਗਲਿਸ਼ ਤੇ ਬਾਕੀ ਲਿਟਰੇਚਰ ਸਬਜੈਕਟਸ ਨੂੰ ਛੱਡ ਕੇ ਬਾਕੀ ਜਿਹੜੇ ਸਬਜੈਕਟਸ ਨੇ ਉਹਨਾਂ ਦੇ ਜਿਹੜੇ ਪੇਪਰ ਨੇ, ਉਹਨਾਂ ਦੇ ਜਿਹੜੇ ਐਗਜ਼ਾਮਸ ਨੇ ਬੋਰਡ ਦੇ ਵਿੱਚ, ਉਹ ਕਿਸੇ ਵੀ ਲੈਂਗੁਏਜ ਵਿੱਚ ਹੁਣ ਲਿਖ ਸਕਦੇ ਹੋ। ਫੋਰ ਐਗਜ਼ਾਮਪਲ ਤੁਸੀਂ ਅਗਰ ਸਾਇੰਸ ਦਾ ਪੇਪਰ ਪੰਜਾਬੀ ਵਿੱਚ ਦੇਣਾ ਚਾਹੁੰਦੇ ਹੋ ਜਾਂ ਹਿੰਦੀ ਵਿੱਚ ਦੇਣਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ, ਤੁਸੀਂ ਦੇ ਸਕਦੇ ਹੋ। ਜਿਵੇਂ ਤੁਹਾਡੇ ਪਹਿਲੇ ਰਿਪੋਰਟ ਕਾਰਡ ਤਿਆਰ ਹੁੰਦੇ ਸੀ, ਹੁਣ ਉੱਦਾਂ ਰਿਪੋਰਟ ਕਾਰਡ ਵੀ ਨਹੀਂ ਤਿਆਰ ਹੋਣਗੇ। ਰਿਪੋਰਟ ਕਾਰਡ ਵੀ ਤਿਆਰ ਕਰਨ ਦੇ ਜਿਹੜੇ ਤਰੀਕੇ ਨੇ ਉਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ। ਸਟੂਡੈਂਟ ਨੂੰ ਫਾਈਨਲ ਮਾਰਕਸ ਦਿੰਦੇ ਹੋਏ ਉਸ ਦਾ ਜਿਹੜਾ ਬਿਹੇਵੀਅਰ, ਉਸ ਦਾ ਜਿਹੜਾ ਵਿਵਹਾਰ ਹੈ ਉਹ ਦੇਖਿਆ ਜਾਵੇਗਾ। ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਹੜੀ ਨੇ ਉਹ ਵੀ ਦੇਖੀਆਂ ਜਾਣਗੀਆਂ ਤੇ ਉਸ ਦੀਆਂ ਜਿਹੜੀ ਮਾਨਸਿਕ ਸ਼ਮਤਾਵਾਂ ਨੇ ਉਸ ਦੇ ਵੱਲ ਵੀ ਧਿਆਨ ਜਿਹੜਾ ਉਹ ਦਿੱਤਾ ਜਾਵੇਗਾ।
ਇਸ ਦੇ ਇਲਾਵਾ ਰਿਪੋर्ट कार्ड ਨੂੰ 360 डिग्री ਅਸੈਸਮੈਂਟ ਦੇ ਆਧਾਰ ਤੇ ਜਿਹੜਾ ਉਹ ਤਿਆਰ ਕੀਤਾ ਜਾਵੇਗਾ। 360 डिग्री ਅਸੈਸਮੈਂਟ ਦੇ ਆਧਾਰ ਤੇ ਰਿਪੋर्ट कार्ड ਤੁਹਾਡਾ ਜਿਹੜਾ ਉਹ ਤਿਆਰ ਹੋਵੇਗਾ। ਇਸ ਦੇ ਵਿੱਚ ਸਟੂਡੈਂਟਸ ਆਪਣੇ ਆਪ ਨੂੰ ਵੀ ਮਾਰਕਸ ਦੇਣਗੇ, ਆਪਣਾ ਖੁਦ ਦਾ ਵੀ ਜਿਹੜਾ ਨੇ ਉਹ ਵਿਸ਼ਲੇਸ਼ਣ ਜਿਹੜਾ ਉਹ ਕਰਨਗੇ। ਨਾਲ ਹੀ ਨਾਲ ਟੀਚਰਸ ਜਿਹੜੇ ਨੇ ਸਬਜੈਕਟ ਟੀਚਰਸ ਨੇ ਉਹ ਵੀ ਉਹਨਾਂ ਨੂੰ ਮਾਰਕਸ ਦੇਣਗੇ। ਨਾਲ ਹੀ ਨਾਲ ਸਭ ਤੋਂ ਵੱਡੀ ਗੱਲ ਜਿਹੜੇ ਉਹਨਾਂ ਦੇ ਬਾਕੀ ਸਟੂਡੈਂਟਸ ਨੇ, ਬਾਕੀ ਕਲਾਸਮੇਟਸ ਨੇ, ਉਹ ਵੀ ਉਹਨਾਂ ਨੂੰ ਮਾਰਕਸ ਦੇਣਗੇ। ਕਾਲਜ ਵਿੱਚ ਪੜ੍ਹਾਈ ਕਰਨ ਵਾਲੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਵੀ ਬਹੁਤ ਸਾਰੇ ਬਦਲਾਅ ਜਿਹੜੇ ਨੇ ਇਸ ਨਵੀਂ ਸਿੱਖਿਆ ਨੀਤੀ ਦੇ ਵਿੱਚ ਕੀਤੇ ਗਏ ਨੇ। ਇਸ ਤੋਂ ਬਾਅਦ ਜਿਹੜੇ ਸਟੂਡੈਂਟਸ ਕਾਲਜ ਵਿੱਚ ਜਾਣ ਵਾਲੇ ਨੇ ਉਹ ਵੀ ਇਸ ਨੂੰ ਧਿਆਨ ਨਾਲ ਦੇਖ ਲੈਣ। ਹੁਣ ਕਾਲਜ ਵਿੱਚ ਐਡਮਿਸ਼ਨ ਲੈਣ ਲਈ ਕਾਮਨ ਐਪਟੀਟਿਊਡ ਟੈਸਟ ਜਿਹੜਾ ਹੈ ਉਹ ਹੋਵੇਗਾ। ਫੋਰ ਐਗਜ਼ਾਮਪਲ ਜਿਵੇਂ ਵੱਡੇ ਵੱਡੇ ਕਾਲਜਸ ਨੇ ਨਾ, ਜਿਵੇਂ ਕਾਮਰਸ ਵਾਲਿਆਂ ਦੇ ਲਈ ਨੰਬਰ 1 ਕਾਲਜ ਸ਼੍ਰੀ ਰਾਮ ਕਾਲਜ ਹੋ ਗਿਆ ਜਾਂ ਹੋਰ ਐਟਸੈਕਟਰਾ ਕਾਲਜਸ, ਉਸ ਦੇ ਵਿੱਚ ਕੀ ਹੁੰਦਾ ਸੀ, ਐਡਮਿਸ਼ਨ ਲੈਣ ਵਾਸਤੇ ਕੀ ਹੁੰਦਾ ਸੀ 95% ਵੀ ਬਹੁਤ ਘੱਟ ਹੁੰਦੇ ਸੀ ਤੇ 84 87 72 ਵਾਲੇ ਤਾਂ ਭੁੱਲ ਹੀ ਜਾਓ। ਬਟ ਹੁਣ ਕੀ ਹੋਏਗਾ, ਕੱਟ ਆਫ ਐਡਮਿਸ਼ਨ ਨਹੀਂ ਮਿਲ ਰਿਹਾ, ਛੱਡੋ ਕੋਈ ਗੱਲ ਨਹੀਂ, ਤੁਸੀਂ ਜਿਹੜਾ ਹੈਗਾ ਟੈਸਟ ਨਾ ਕਾਮਨ ਐਪਟੀਟਿਊਡ ਟੈਸਟ ਉਹ ਤੁਸੀਂ ਦੇ ਸਕਦੇ ਹੋ ਤੇ ਕਾਮਨ ਐਪਟੀਟਿਊਡ ਟੈਸਟ ਦੇ ਬਾਅਦ ਜਿਹੜੇ ਤੁਸੀਂ ਕਾਲਜ ਵਿੱਚ ਐਡਮਿਸ਼ਨ ਲੈ ਸਕਦੇ ਹੋ। ਤੁਹਾਡਾ ਜਿਹੜਾ ਟੈਸਟ ਉਹ ਕਲੀਅਰ ਹੋ ਜਾਂਦਾ, ਐਡਮਿਸ਼ਨ ਆਸਾਨ ਹੈ ਤੁਹਾਡੇ ਲਈ ਲੈਣੀ। ਫਿਰ ਜਿਹੜੇ ਇਸ ਦੇ ਵਿੱਚ ਨੰਬਰ ਆਣਗੇ ਕਾਮਨ ਐਪਟੀਟਿਊਡ ਟੈਸਟ ਦੇ ਵਿੱਚ, ਉਸ ਦੇ ਨਾਲ ਕੀ ਹੋਏਗਾ, ਤੁਹਾਡੇ ਜਿਹੜੇ ਬੋਰਡ ਦੇ ਜਿਹੜੇ ਮਾਰਕਸ ਨੇ ਉਸ ਦੇ ਵਿੱਚ ਇਸ ਨੂੰ ਜੋੜ ਦਿੱਤਾ ਜਾਵੇਗਾ। ਫਿਰ ਉਸ ਨੂੰ ਜੋੜ ਕੇ ਐਡਮਿਸ਼ਨ ਤੁਹਾਡਾ ਹੋ ਸਕੇਗਾ। ਹੁਣ ਇੱਥੇ ਇੱਕ ਬਹੁਤ ਵੱਡੀ ਗੱਲ ਗ੍ਰੈਜੂਏਸ਼ਨ ਦੀ। ਗ੍ਰੈਜੂਏਸ਼ਨ ਤੇ ਜਿਹੜਾ ਸੀਗਾ ਪਹਿਲੇ ਹੁੰਦੀ ਸੀ ਨਾ ਗ੍ਰੈਜੂਏਸ਼ਨ, ਬੀਕਾਮ ਵਾਲੇ ਜਾਂ ਬੀਏ ਵਾਲੇ 3 ਸਾਲਾਂ ਵਿੱਚ ਨਿਪਟ ਜਾਂਦੇ ਸੀਗੇ ਗ੍ਰੈਜੂਏਸ਼ਨ ਕਰਕੇ, ਪਰ ਹੁਣ ਉਹ ਕੰਮ ਨਹੀਂ ਰਿਹਾ। ਬਹੁਤ ਵਧੀਆ ਕੰਮ ਕਰਤਾ ਸਰਕਾਰ ਨੇ ਇੱਥੇ ਵੀ। ਫੋਰ ਐਗਜ਼ਾਮਪਲ ਕਿਸੇ ਨੇ ਬੀਕਾਮ ਕਰਨੀ ਚਾਲੂ ਕੀਤੀ ਹੈ ਜਾਂ ਬੀਏ ਕਰਨੀ ਚਾਲੂ ਕੀਤੀ ਹੈ, ਪਹਿਲੇ ਕੀ ਹੁੰਦਾ ਸੀ, ਅਗਰ ਉਸਨੇ 2 ਸਾਲ ਜਾਂ 2.5 ਸਾਲ ਕੀਤਾ, ਪੂਰੇ 3 ਸਾਲ ਕੰਪਲੀਟ ਨਹੀਂ ਕੀਤੇ ਤੇ ਉਸ ਨੂੰ ਗ੍ਰੈਜੂਏਸ਼ਨ ਦੀ ਜਿਹੜੀ ਡਿਗਰੀ ਸੀਗੀ ਉਹ ਨਹੀਂ ਮਿਲਦੀ ਸੀ। ਪਰ ਹੁਣ ਇੱਥੇ ਇਹ ਕੰਮ ਚੇਂਜ ਹੋ ਗਿਆ। ਅਗਰ ਤੁਸੀਂ 1 ਸਾਲ ਪੜ੍ਹਾਈ ਕਰਦੇ ਹੋ ਤੇ ਤੁਹਾਨੂੰ ਸਰਟੀਫਿਕੇਟ ਮਿਲ ਜਾਵੇਗਾ, 2 ਸਾਲ ਪੜ੍ਹਾਈ ਕਰਦੇ ਹੋ ਤੁਹਾਨੂੰ ਡਿਪਲੋਮਾ ਮਿਲ ਜਾਵੇਗਾ, 3 ਸਾਲ ਕਰਦੇ ਹੋ ਤੇ ਤੁਹਾਨੂੰ ਜਿਹੜੀ ਪੂਰੀ ਤੇ ਪੂਰੀ ਬੈਚਲਰ ਡਿਗਰੀ ਉਹ ਮਿਲ ਜਾਵੇਗੀ। ਤੇ ਹੁਣ ਚੌਥਾ ਸਾਲ, ਸਭ ਤੋਂ ਇੰਪੋਰਟੈਂਟ ਗੱਲ, ਸਾਰੇ ਜਣੇ ਚੌਥਾ ਸਾਲ ਸੁਣਨ ਲਈ ਤੇ ਬੇਕਰਾਰ ਹੋਵੋਗੇ ਕਿ ਚੌਥਾ ਸਾਲ ਕੀ ਨਵਾਂ ਆ ਗਿਆ ਇਹਦੇ ਵਿੱਚ। ਹੁਣ ਇਹਦੇ ਵਿੱਚ ਕੀ ਹੋਏਗਾ, ਰਿਸਰਚ ਪ੍ਰੋਗਰਾਮ ਹੋਏਗਾ। ਜੋ ਵੀ ਤੁਸੀਂ ਕੀਤਾ ਪਿਛਲੇ 3 ਸਾਲਾਂ ਦੇ ਵਿੱਚ ਉਸ ਦੇ ਉੱਪਰ ਰਿਸਰਚ ਹੋਏਗੀ। ਇਸ ਨਾਲ ਤੁਹਾਨੂੰ ਰਿਸਰਚ ਸਰਟੀਫਿਕੇਟ ਜਿਹੜਾ ਮਿਲੇਗਾ। ਇੰਡੀਆ ਦੇ ਵਿੱਚ ਰਿਸਰਚ ਵੇਖਣ ਨੂੰ ਮਿਲਦੀ ਨਹੀਂ ਸੀ ਪਹਿਲੇ ਦੇ। ਇਸ ਦੇ ਨਾਲ ਕੀ ਹੋਏਗਾ, ਜਿਹੜੇ ਸਟੂਡੈਂਟਸ ਪਹਿਲੇ ਕਿਸੇ ਪ੍ਰੋਜੈਕਟ ਵਿੱਚ ਕੰਮ ਕਰ ਚੁੱਕੇ ਨੇ ਕਾਲਜ ਦੇ ਦੌਰਾਨ, ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਇਸ ਦੇ ਨਾਲ ਹੋਰ ਕੀ ਹੈ ਕਿ ਸਕੂਲ ਦੇ ਸਟੂਡੈਂਟਸ ਵਾਂਗੂ ਹੀ ਕਾਲਜ ਦੇ ਸਟੂਡੈਂਟਸ ਵੀ ਵੱਖਰੇ ਸਬਜੈਕਟਸ ਦੀ ਜਿਹੜੀ ਪੜ੍ਹਾਈ ਹੈ ਉਹ ਨਾਲ ਕਰ ਸਕਦੇ ਨੇ। ਆਪਣੇ ਸਬਜੈਕਟਸ ਦੇ ਨਾਲ ਹੋਰ ਵੀ ਬਾਕੀ ਸਬਜੈਕਟਸ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਕਰ ਸਕਦੇ ਨੇ। ਇਸ ਵਿਵਸਥਾ ਨੂੰ ਮਲਟੀ ਐਂਟਰੀ ਜਾਂ ਮਲਟੀ ਐਗਜ਼ਿਟ ਵਾਲੀ ਜਿਹੜੀ ਵਿਵਸਥਾ ਉਹ ਕਿਹਾ ਜਾਂਦਾ ਹੈ। ਜਦੋਂ ਸਟੂਡੈਂਟਸ ਕਿਸੇ ਸਬਜੈਕਟ ਦੇ ਵਿੱਚ ਜਾਂ ਕਿਸੇ ਪੜ੍ਹਾਈ ਦੇ ਵਿੱਚ ਐਂਟਰੀ ਲੈਣਾ ਚਾਹੁੰਦੇ ਨੇ ਉਹ ਵੀ ਬੜੀ ਆਸਾਨੀ ਨਾਲ ਲੈ ਸਕਦੇ ਨੇ। ਜਦੋਂ ਇਸ ਤੋਂ ਮੁਕਤੀ ਚਾਹੁੰਦੇ ਹੋਣਗੇ ਜਾਂ ਇਸ ਨੂੰ ਖਤਮ ਕਰਨਾ ਚਾਹੁੰਦੇ ਹੋਣਗੇ, ਪੜ੍ਹਾਈ ਬਸ ਸਮਾਪਤ ਚਾਹੀਦੀ ਹੈ ਉਹਨਾਂ ਨੂੰ, ਉਹ ਵੀ ਬੜੀ ਆਸਾਨੀ ਨਾਲ ਕਰ ਸਕਦੇ ਨੇ। ਇਸੇ ਲਈ ਇਸ ਨੂੰ ਮਲਟੀ ਐਂਟਰੀ ਤੇ ਮਲਟੀ ਐਗਜ਼ਿਟ ਕਿਹਾ ਗਿਆ। ਤੁਸੀਂ ਜਦੋਂ ਚਾਹੋ ਤੁਸੀਂ ਐਂਟਰੀ ਲੈ ਸਕਦੇ ਹੋ, ਜਦੋਂ ਚਾਹੋ ਤੇ ਐਗਜ਼ਿਟ ਵੀ ਲੈ ਸਕਦੇ ਹੋ। ਇਸ ਦੇ ਇਲਾਵਾ ਅਕੈਡਮਿਕ ਬੈਂਕ ਆਫ ਕ੍ਰੈਡਿਟ ਵੀ ਬਣਾਇਆ ਜਾਵੇਗਾ। ਤੁਸੀਂ ਜਿਹੜੇ ਵੀ ਕੋਰਸ ਕਰੋਗੇ ਉਸ ਦੇ ਜਿਹੜੇ ਮਾਰਕਸ ਨੇ ਉਹ ਇਸ ਬੈਂਕ ਵਿੱਚ ਜੁੜ ਜਾਣਗੇ, ਇਸ ਕ੍ਰੈਡਿਟ ਬੈਂਕ ਵਿੱਚ ਜੁੜ ਜਾਣਗੇ ਤੇ ਜਦੋਂ ਤੱਕ ਤੁਸੀਂ ਪੜ੍ਹਾਈ ਕਰੋਗੇ ਤੇ ਉਦੋਂ ਤੱਕ ਆ ਜਿਹੜੇ ਮਾਰਕਸ ਨੂੰ ਜੁੜਦੇ ਜਾਣਗੇ ਇਸ ਬੈਂਕ ਦੇ ਵਿੱਚ। ਸਾਰਾ ਕੰਮ ਡਿਜੀਟਲ ਹੋਵੇਗਾ। ਜਦੋਂ ਤੁਸੀਂ ਫਾਈਨਲ ਡਿਗਰੀ ਦਾ ਕੋਈ ਕੋਰਸ ਕਰੋਗੇ ਤੇ ਉਸ ਦੇ ਨਾਲ ਕੀ ਹੋਏਗਾ, ਜਿਹੜੇ ਮਾਰਕਸ ਨੇ ਉਸ ਕ੍ਰੈਡਿਟ ਬੈਂਕ ਦੇ ਵਿੱਚ ਜਮ੍ਹਾਂ ਹੋ ਜਾਣਗੇ। ਇਹ ਪੂਰੀ ਵਿਵਸਥਾ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ, ਆਨਲਾਈਨ ਹੋਵੇਗੀ। ਮਾਨਵ ਸੰਸਾਧਨ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਤੇ ਉਹਨਾਂ ਦੀ ਟੀਮ ਨੇ ਇਸ ਦੇ ਉੱਪਰ ਕੀ ਕਿਹਾ, ਤੁਹਾਨੂੰ ਉਹ ਵੀ ਸੁਣ ਲੈਣਾ ਚਾਹੀਦਾ ਹੈ। कि पूरी दुनिया में शायद इससे बड़ा परामर्श विचार विमर्श कभी नहीं हुआ होगा। इतना बड़ा नवाचार ये दुनिया के लिए एक उदाहरण है, जब किसी नीति पर देश के कोने कोने से, अभिभावकों से, छात्रों से, अध्यापकों से, विशेषज्ञों से, शिक्षाविदों से, राजनीतिज्ञों से, जनप्रतिनिधियों से और यहाँ तक कि 1,25,000 ग्राम समितियों से विचार विमर्श किया गया हो। यह बेहद महत्वपूर्ण है क्योंकि 34 साल से शिक्षा नीति में परिवर्तन नहीं हुआ था और इसलिए आज का ये जो परिवर्तन है
और जो नई शिक्षा नीतियां है, मुझे विश्वास है कि पूरा समाज और सभी देशवासी इसका स्वागत करेंगे और दुनिया के शिक्षाविद भी इसको निश्चित रूप से सराहना करेंगे।